प्यारे बच्चों, today we are going to derive the formula for self inductance of a solenoid. सोलेनाइड ਦੀ ਸੈਲਫ ਇੰਡਕਟੈਂਸ ਜਿਹੜੀ ਹੈ ਆਪਾਂ ਨਿਕਾਲਣ ਜਾ ਰਹੇ ਹਾਂ। ਜਿਹੜਾ ਅਸੀਂ ਪਿਛਲਾ ਲੈਕਚਰ ਡਿਸਕਸ ਕੀਤਾ ਜਿਹਦੇ ਵਿੱਚ ਅਸੀਂ ਸੈਲਫ ਇੰਡਕਸ਼ਨ ਬਾਰੇ ਆਪਾਂ ਸਟੱਡੀ ਕੀਤਾ ਸੀਗਾ ਤੇ ਸਾਨੂੰ ਪਤਾ ਲੱਗਾ ਸੀ ਕਿ ਸੈਲਫ ਇੰਡਕਸ਼ਨ ਇੱਕ ਪ੍ਰੋਪਰਟੀ ਹੁੰਦੀ ਹੈ ਕੋਇਲ ਦੀ, ਜਿਹਦੇ ਕਰਕੇ ਜਿਹੜਾ ਕੋਇਲ ਹੈ ਇਟ ਓਪੋਜ਼ਿਸ ਐਨੀ ਚੇਂਜ ਇਨ ਦਾ ਸਟਰੈਂਥ ਆਫ ਕਰੰਟ by inducing and induced EMF। ਇਹ ਕੱਲ ਅਸੀਂ ਜਿਹੜਾ ਹੈ ਚੰਗੇ ਤਰੀਕੇ ਨਾਲ ਡਿਸਕਸ ਕੀਤਾ। ਕੱਲ ਅਸੀਂ ਇੱਕ ਕੋਐਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਜਾਂ ਸੈਲਫ ਇੰਡਕਟੈਂਸ ਜਿਹੜਾ ਹੈ ਅਸੀਂ L ਬਾਰੇ ਜਿਹੜਾ ਹੈ ਅਸੀਂ ਡਿਸਕਸ ਕੀਤਾ ਸੀਗਾ। ਕੱਲ ਅਸੀਂ ਸਾਰਾ ਇਹਦੀਆਂ ਡੈਫੀਨੇਸ਼ਨਸ, ਇਹਦੇ ਜਿਹੜੇ ਯੂਨਿਟ ਨੇ ਜਿਹੜਾ ਹੈਨਰੀ, ਉਹਦੇ ਬਾਰੇ ਆਪਾਂ ਡਿਸਕਸ ਕੀਤਾ। ਅੱਜ ਅਸੀਂ ਜਿਹੜਾ ਹੈ ਸੈਲਫ ਇੰਡਕਟੈਂਸ ਮਤਲਬ L ਕਾਦੀ ਨਿਕਾਲਣੀ ਹੈ? ਸੋਲੇਨਾਇਡ ਦੀ। ਤੇ ਸਾਨੂੰ ਪਤਾ ਹੈ ਜਿਹੜਾ ਸੋਲੇਨਾਇਡ ਹੈ ਇੱਕ ਕੋਇਲ ਹੁੰਦਾ ਹੈ ਜਿਹਦੀ ਲੈਂਥ ਜਿਹੜੀ ਹੈ ਜ਼ਿਆਦਾ ਹੁੰਦੀ ਹੈ ਤੇ ਏਰੀਆ ਆਫ ਕ੍ਰੋਸ ਸੈਕਸ਼ਨ ਘੱਟ ਹੁੰਦਾ ਹੈ। ਇੱਕ ਲੌਂਗ ਸਿਲੰਡਰੀਕਲ ਸ਼ੇਪਡ ਕੋਇਲ ਕੰਸਿਸਟਿੰਗ ਆਫ ਲਾਰਜ ਨੰਬਰ ਆਫ ਟਰਨਸ, ਬਹੁਤ ਸਾਰੀਆਂ ਉਹਦੀਆਂ ਟਰਨਸ ਹੁੰਦੀਆਂ ਨੇ ਜਿਹਨੂੰ ਅਸੀਂ ਸੋਲੇਨਾਇਡ ਬੋਲਦੇ ਤੇ ਪਿਛਲੇ ਲੈਕਚਰਾਂ ਵਿੱਚ ਅਸੀਂ ਇਹਨੂੰ ਡਿਸਕਸ ਕਰ ਚੁੱਕੇ ਹਾਂ। ਨਾਓ ਹਾਊ ਟੂ ਫਾਈਂਡ ਆਊਟ ਦੀ ਸੈਲਫ ਇੰਡਕਟੈਂਸ ਆਫ ਸੋਲੇਨਾਇਡ। ਸੋਲੇਨਾਇਡ ਦੀ ਸੈਲਫ ਇੰਡਕਟੈਂਸ ਅਸੀਂ ਕਿਸ ਤਰ੍ਹਾਂ ਨਿਕਾਲਾਂਗੇ? ਸਪੋਜ਼ ਮੰਨ ਲਓ ਵੀ ਹੈਵ ਅ ਲੌਂਗ ਸੋਲੇਨਾਇਡ, ਇੱਕ ਬਹੁਤ ਲੰਬਾ ਜਿਹੜਾ ਸਾਡੇ ਕੋਲ ਇੱਕ ਸੋਲੇਨਾਇਡ ਹੈ ਜਿਹਦੀ ਲੈਂਥ ਕਿੰਨੀ ਹੈਗੀ ਆ? L। ਟੋਟਲ ਲੈਂਥ ਆਫ ਦਾ ਸੋਲੇਨਾਇਡ ਇਜ਼ L and area of cross section A। ਜਿਹੜਾ ਸੋਲੇਨਾਇਡ ਦਾ ਆ ਜਿਹੜਾ ਏਰੀਆ ਹੈ, this is the area of cross section। ਮੰਨ ਲਓ ਇਹ ਸਾਡਾ ਕੋਇਲ ਹੈ ਤੇ ਆ ਉਹਦਾ ਜਿਹੜਾ ਹੈ ਏਰੀਆ ਆਫ ਕ੍ਰੋਸ ਸੈਕਸ਼ਨ ਕਿੰਨਾ ਹੈਗਾ ਸਾਡੇ ਕੋਲ? A and number of turns per unit length N। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਨੰਬਰ ਆਫ ਟਰਨਸ, ਇਹ ਟੋਟਲ ਟਰਨਸ ਨਹੀਂ ਹੈ। ਇੱਕ ਯੂਨਿਟ ਲੈਂਥ ਵਿੱਚ ਜਿਹੜੀਆਂ ਟਰਨਸ ਨੇ ਉਹ ਕਿੰਨੀਆਂ ਨੇ ਸਾਡੀਆਂ? N। ਇੱਕ ਯੂਨਿਟ ਫਰਜ਼ ਕਰੋ ਸਾਡੇ ਕੋਲ ਟੋਟਲ ਲੈਂਥ ਜਿਹੜੀ ਹੈ ਮੰਨ ਲਓ 25 ਸੈਂਟੀਮੀਟਰ ਹੈ। ਟੋਟਲ ਲੈਂਥ ਹੈ ਸਾਡੇ ਕੋਲ 25 ਸੈਂਟੀਮੀਟਰ ਤੇ N ਦਾ ਮਤਲਬ ਹੈ 1 ਸੈਂਟੀਮੀਟਰ ਵਿੱਚ ਕਿੰਨੀਆਂ ਟਰਨਸ ਆਉਂਦੀਆਂ ਨੇ। ਹਾਂਜੀ ਬੇਟਾ, ਕਲੀਅਰ? ਇਟ ਇਜ਼ ਨੰਬਰ ਆਫ ਟਰਨਸ ਪਰ ਯੂਨਿਟ ਲੈਂਥ, ਮਤਲਬ 1 ਸੈਂਟੀਮੀਟਰ ਦੀ ਗੱਲ ਕਰ ਰਹੇ ਹਾਂ ਜਾਂ 1 ਮੀਟਰ ਦੀ ਗੱਲ ਕਰ ਰਹੇ ਹਾਂ। ਜਿੰਨੀ ਟੋਟਲ ਲੈਂਥ ਹੈ ਉਹਦੇ ਵਿੱਚ ਤੇ ਕਿੰਨੀਆਂ ਜ਼ਿਆਦਾ ਟਰਨਸ ਹੋ ਗਈਆਂ। ਅਸੀਂ ਗੱਲ ਕਰ ਰਹੇ ਹਾਂ ਨੰਬਰ ਆਫ ਟਰਨਸ ਪਰ ਯੂਨਿਟ ਲੈਂਥ। ਇੱਕ ਯੂਨਿਟ ਲੈਂਥ ਵਿੱਚ ਕਿੰਨੀਆਂ ਟਰਨਸ ਨੇ ਉਹ ਸਾਡੇ ਕੋਲ ਕਿੰਨੀਆਂ ਨੇ? ਉਹ N ਨੇ। ਨਾਓ I be the current passing through the solenoid। ਇਸ ਸੋਲੇਨਾਇਡ ਵਿੱਚੋਂ ਜਿਹੜਾ ਕਰੰਟ ਪਾਸ ਹੋ ਰਿਹਾ ਹੈ ਉਹ ਸਾਡੇ ਕੋਲ ਕਿੰਨਾ ਹੈਗਾ? I। ਤੇ ਸਾਨੂੰ ਪਤਾ ਹੈ ਜਿਹੜਾ ਅਸੀਂ ਪਿੱਛੇ ਡਿਸਕਸ ਕੀਤਾ ਸੀ ਮੈਗਨੈਟਿਕ ਫੀਲਡ ਵਾਲੇ ਚੈਪਟਰ 'ਚ ਕਿ ਜਦੋਂ ਵੀ ਅਸੀਂ ਸੋਲੇਨਾਇਡ ਦੇ ਵਿੱਚੋਂ ਕਰੰਟ ਪਾਸ ਕਰਦੇ ਹਾਂ ਤੇ ਸੋਲੇਨਾਇਡ ਦੇ ਅੰਦਰ, ਇੱਥੇ ਸੋਲੇਨਾਇਡ ਦੇ ਇਨਸਾਈਡ ਜਿਹੜਾ ਹੈ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ ਜਿਹੜਾ ਯੂਨੀਫਾਰਮ ਹੁੰਦਾ ਹੈ। ਤੇ ਉਸ ਮੈਗਨੈਟਿਕ ਫੀਲਡ ਦੀ ਵੈਲਿਊ ਕਿੰਨੀ ਹੁੰਦੀ ਹੈ? μ0 Ni। This is the magnetic field produced inside the solenoid। ਸੋਲੇਨਾਇਡ ਦੇ ਵਿੱਚ ਜਿਹੜਾ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ ਉਹਦੀ ਜਿਹੜੀ ਸਾਡੇ ਕੋਲ ਵੈਲਿਊ ਹੈ that is equal to μ0 Ni, where N is the number of turns per unit length। ਹੁਣ ਮੈਂ ਡਾਇਗਰਾਮ ਜਿਹੜੀ ਹੈ ਇੱਥੋਂ ਰੱਬ ਕਰਨ ਲੱਗਾ। ਨਾਓ ਜੇ ਮੈਗਨੈਟਿਕ ਫੀਲਡ ਅੰਦਰ ਪ੍ਰੋਡਿਊਸ ਹੋਇਆ ਕੋਇਲ ਦੇ ਅੰਦਰ ਤੇ ਇਹਦਾ ਮਤਲਬ ਹੈ ਕਿ ਮੈਗਨੈਟਿਕ ਫਲਕਸ ਵੀ ਸਾਡੇ ਕੋਲ ਲਿੰਕ ਹੋਏਗਾ। ਅੱਗੇ ਕੀ ਲਿਖਾਂਗੇ ਅਸੀਂ? ਨਾਓ ਮੈਗਨੈਟਿਕ ਫਲਕਸ ਲਿੰਕਡ ਵਿਦ ਈਚ ਟਰਨ। ਇੱਕ ਟਰਨ ਦੇ ਨਾਲ ਗੱਲ ਕਰਨ ਲੱਗੇ ਆ ਕਿ ਮੈਗਨੈਟਿਕ ਫਲਕਸ ਕਿੰਨਾ ਲਿੰਕ ਹੋਏਗਾ ਇੱਕ ਟਰਨ ਦੇ ਨਾਲ। ਮੈਗਨੈਟਿਕ ਫੀਲਡ ਦਾ ਫਾਰਮੂਲਾ BA। मैग्नेटिक फ्लक्स का फार्मूला क्या होता है
बी ए cos थीटा ते cos 0 ਜਿਹੜਾ ਸਾਡੇ ਕੋਲ 1 ਹੋ ਗਿਆ ਇਟ ਇਜ਼ ਬੀ ਏ ਇੱਕ ਟਰਨ ਦਾ ਮੈਗਨੈਟਿਕ ਫਲਕਸ ਕਿੰਨਾ ਆਇਆ ਸਾਡੇ ਕੋਲ ਬੀ ਏ ਨਾਓ ਪੁੱਟ ਦਾ ਵੈਲਿਊ b ਦੀ ਵੈਲਿਊ ਜਿਹੜੀ ਹੈ ਆਪਾਂ ਇਹਦੇ ਵਿੱਚ ਪੁੱਟ ਕਰ ਦਾਂਗੇ therefore magnetic flux for each turn ਮਤਲਬ ਇੱਕ ਟਰਨ ਦਾ ਕਿੰਨਾ ਆ ਗਿਆ ਸਾਡੇ ਕੋਲ b ਦੀ ਵੈਲਿਊ mu naught n i multiply by a ਇੱਥੇ ਅਸੀਂ b ਦੀ ਵੈਲਿਊ ਪੁੱਟ ਕਰ ਦਿੱਤੀ that is mu naught into n I ਅੱਗੇ ਸਾਡੇ ਕੋਲ ਆ ਗਿਆ ਏਰੀਆ ਆਫ ਕ੍ਰੋਸ ਸੈਕਸ਼ਨ ਨਾਓ ਟੋਟਲ ਨੰਬਰ ਆਫ ਟਰਨਸ ਕਿੰਨੀਆਂ ਹੋਣਗੀਆਂ ਅਸੀਂ ਉਹ ਕੈਲਕੂਲੇਟ ਕਰੀਏ ਨਾਓ ਟੋਟਲ ਨੰਬਰ ਆਫ ਟਰਨਸ ਇਹਨੂੰ ਅਸੀਂ ਕੈਪੀਟਲ N ਕਹਿ ਦਿੰਦੇ ਆ ਟੋਟਲ ਨੰਬਰ ਆਫ ਟਰਨਸ ਹਾਂਜੀ ਬੇਟਾ ਦੱਸੋ ਇੱਕ ਯੂਨਿਟ ਲੈਂਥ ਵਿੱਚ ਕਿੰਨੀਆਂ ਨੇ n ਤੇ ਸਾਡੀ ਲੈਂਥ ਕਿੰਨੀ ਆ l ਤੇ l ਵਿੱਚ ਕਿੰਨੀਆਂ ਹੋਣਗੀਆਂ ਮੰਨ ਲਓ 1 ਸੈਂਟੀਮੀਟਰ ਵਿੱਚ 5 ਨੇ ਤੇ 10 ਸੈਂਟੀਮੀਟਰ ਚ ਕਿੰਨੀਆਂ ਹੋਣਗੀਆਂ ਉਹਦੇ ਨਾਲ ਅਸੀਂ ਮਲਟੀਪਲਾਈ ਕਰ ਦਾਂਗੇ ਇੱਕ ਯੂਨਿਟ ਲੈਂਥ ਵਿੱਚ n ਤੇ l ਵਿੱਚ ਕਿੰਨੀਆਂ ਹੋਣਗੀਆਂ l ਤੇ n ਨੂੰ ਅਸੀਂ ਮਲਟੀਪਲਾਈ ਕਰਾਂਗੇ ਟੋਟਲ ਨੰਬਰ ਆਫ ਟਰਨ ਸਾਡੇ ਕੋਲ ਕਿੰਨੀਆਂ ਆ ਗਈਆਂ nl ਇੱਕ ਟਰਨ ਦਾ ਮੈਗਨੈਟਿਕ ਫਲਕਸ ਇੰਨਾ ਹੈ ਤੇ ਟੋਟਲ ਨੰਬਰ ਆਫ ਟਰਨਸ ਸਾਡੇ ਕੋਲ ਸੋਲੇਨੋਇਡ ਦੀ ਇੰਨੀਆਂ ਹੈ ਤੇ ਟੋਟਲ ਮੈਗਨੈਟਿਕ ਫਲਕਸ ਕਿੰਨਾ ਆਏਗਾ therefore total magnetic flux linked with the coil is given by ਅਸੀਂ ਉਹ ਨਿਕਾਲਾਂਗੇ now total magnetic flux linked with coil is equal to ਕੀ ਕਰਾਂਗੇ ਆ ਵਾਲੇ ਮੈਗਨੈਟਿਕ ਫਲਕਸ ਨੂੰ mu naught NIA into total number of turns ਨਾਲ ਉਹਨੂੰ ਅਸੀਂ ਮਲਟੀਪਲਾਈ ਕਰ ਦਾਂਗੇ ਨਾਓ ਇਹਨੂੰ ਥੋੜਾ ਜਿਹਾ ਹੱਲ ਕਰੀਏ mu naught n into n ਸਾਡੇ ਕੋਲ ਆ ਗਿਆ n ਸਕੁਅਰ ਤੇ ਨਾਲ ਸਾਡੇ ਕੋਲ ਆ ਗਿਆ I ਨਾਲ ਆ ਗਿਆ A ਤੇ ਨਾਲ ਸਾਡੇ ਕੋਲ ਕੀ ਆ ਗਿਆ L this is the total magnetic flux linked with the coil also we have ਸਾਨੂੰ ਹੋਰ ਕੀ ਪਤਾ ਹੈ also we have total flux ਦਾ ਫਾਰਮੂਲਾ LI ਅਸੀਂ ਕੱਲ ਡਿਸਕਸ ਕੀਤਾ ਸੀ ਕਿ magnetic flux proportional to current ਤੇ L ਕੀ ਆਂਦਾ ਸਾਡੇ ਕੋਲ self induction ਬੇਟਾ ਆਹ ਵਾਲਾ ਟੌਪਿਕ ਤਾਂ ਕਲੀਅਰ ਹੋਣਾ ਹੈ ਤੁਹਾਨੂੰ ਜੇਕਰ ਤੁਸੀਂ ਕੱਲ ਦਾ ਜਿਹੜਾ ਲੈਕਚਰ ਹੈ ਉਹਨੂੰ ਚੰਗੇ ਤਰੀਕੇ ਨਾਲ ਸਟੱਡੀ ਕਰੋਗੇ ਅਦਰਵਾਈਜ਼ ਇਹਨੂੰ ਤੁਸੀਂ ਨਹੀਂ ਸੋਲਵ ਕਰ ਪਾਓਗੇ ਨਾਓ phi is equal to Li this imply phi ਦੀ ਵੈਲਿਊ ਫਲਕਸ ਦੀ ਵੈਲਿਊ ਇੱਥੇ ਪੁੱਟ ਕਰ ਦਾਂਗੇ ਅਸੀਂ mu naught n ਸਕੁਅਰ ਇਧਰ ਆ ਗਿਆ I AL is equal to Li I ਨਾ I ਦੋਨੋਂ ਸਾਈਡ ਤੋਂ ਕੈਨਸਲ ਤੇ ਸਾਡੇ ਕੋਲ L ਦੀ ਜਿਹੜੀ ਹੈ ਉਹ ਵੈਲਿਊ ਆ ਗਈ that is equal to mu naught n square AL mu naught n square AL or L is equal to mu naught n square over L square AL ਇਹ ਕਿੱਥੋਂ ਆ ਗਿਆ because ਸਾਡੇ ਕੋਲ n ਦੀ ਵੈਲਿਊ ਕੈਪੀਟਲ ਨੰਬਰ ਆਫ ਟਰਨਸ ਜਿਹੜੀਆਂ ਸੀ ਕਿੰਨੀਆਂ ਸੀ ਟੋਟਲ ਨੰਬਰ ਆਫ ਟਰਨਸ ਕਿੰਨੀਆਂ ਸੀ NL ਤੇ ਵਿੱਚੋਂ ਅਸੀਂ n ਦੀ ਵੈਲਿਊ ਨਿਕਾਲ ਲਈ ਕੈਪੀਟਲ L over L what is n number of turns per unit length this is a number of turns per unit length ਉੱਪਰ ਸਕੁਅਰ ਹੋਣ ਕਰਕੇ ਇੱਥੇ ਸਕੁਅਰ ਕਰਤਾ ਇੱਥੋਂ ਵੈਲਿਊ ਨਿਕਾਲੀ ਹੈ ਜਿਹੜੀ ਪਿੱਛੇ ਅਸੀਂ ਇਕੁਏਸ਼ਨ ਲਿਖੀ ਸੀ ਨਾਓ L ਨਾਲ ਇੱਕ L ਜਿਹੜਾ ਸਾਡਾ ਕੈਨਸਲ ਹੋ ਗਿਆ ਮੈਂ ਇੱਥੇ ਲਿਖਣ ਲੱਗਾ ਸਾਈਡ ਤੇ L is equal to ਕਿੰਨਾ ਆ ਜਾਏਗਾ ਸਾਡੇ ਕੋਲ mu naught ਅੱਗੇ ਆ ਗਿਆ n ਸਕੁਅਰ ਨਾਲ ਆ ਗਿਆ A divided by L this is the formula for self inductance ऐसी self inductance बोलो या coefficient of self induction
ਇਹਦਾ ਯੂਨਿਟ ਕੀ ਹੁੰਦਾ ਹੈ? ਹੈਨਰੀ। ਤੇ ਇਹ ਅਸੀਂ ਫਾਰਮੂਲਾ ਕਾਹਦੇ ਵਾਸਤੇ ਡਰਾਈਵ ਕੀਤਾ ਹੈ? ਸੋਲੇਨਾਇਡ ਵਾਸਤੇ। ਦਿਸ ਇਜ਼ ਅ ਫਾਰਮੂਲਾ ਫॉर ਸੈਲਫ ਇੰਡਕਸ਼ਨ ਜਾਂ ਸੈਲਫ ਇੰਡਕਟੈਂਸ ਆਫ ਸੋਲੇਨਾਇਡ। ਸੈਲਫ ਇੰਡਕਟੈਂਸ ਕਿਹੜੇ ਕਿਹੜੇ ਫੈਕਟਰ ਤੇ ਡਿਪੈਂਡ ਕਰਦੀ ਹੈ? ਦੇਖੋ, ਇੱਕ ਤੇ ਡਿਪੈਂਡ ਕਰਦੀ ਹੈ ਕਿ ਸਾਡੇ ਕੋਲ ਨੰਬਰ ਆਫ ਟਰਨਸ ਕਿੰਨੀਆਂ ਨੇ, ਤੁਹਾਡੇ ਕੋਲ ਟੋਟਲ ਨੰਬਰ ਆਫ ਟਰਨਸ ਕਿੰਨੀਆਂ ਨੇ ਉਹਦੇ ਅਕੋਰਡਿੰਗ ਇਹ ਚੱਲੇਗੀ। ਇੱਕ ਲੈਂਥ ਤੇ ਵੀ ਸਾਡੀ ਡਿਪੈਂਡ ਕਰਦੀ ਹੈ ਕਿ ਸੋਲੇਨਾਇਡ ਦੀ ਲੈਂਥ ਕਿੰਨੀ ਹੈ। ਇਟ ਆਲਸੋ ਡਿਪੈਂਡ ਅਪਨ ਦਾ ਏਰੀਆ ਆਫ ਕ੍ਰੋਸ ਸੈਕਸ਼ਨ। ਇਹ ਏਰੀਆ ਆਫ ਕ੍ਰੋਸ ਸੈਕਸ਼ਨ ਦੇ ਉੱਪਰ ਵੀ ਜਿਹੜਾ ਹੈ ਸੋਲੇਨਾਇਡ ਦਾ ਡਿਪੈਂਡ ਕਰਦੀ ਹੈ। ਲਓ ਬੇਟਾ, ਇਸ ਆਰਟੀਕਲ ਨੂੰ ਕਰਨ ਵਾਸਤੇ ਦੋ ਚੀਜ਼ਾਂ ਤੁਹਾਨੂੰ ਜ਼ੁਬਾਨੀ ਯਾਦ ਹੋਣੀ ਚਾਹੀਦੀਆਂ। ਬਸ ਆਰਟੀਕਲ ਤੁਸੀਂ ਮਿੰਟੋ ਮਿੰਟੀ ਕਰ ਲੋਗੇ। ਇੱਕ ਤੇ ਸੋਲੇਨਾਇਡ ਦਾ ਇਹ ਆਰਟੀਕਲ ਬੇਟਾ ਕੰਪਲੀਟ ਹੈ। ਮੈਂ ਵੈਸੇ ਦੱਸਣ ਲੱਗਾ ਇੱਕ ਚੀਜ਼ ਤੇ ਯਾਦ ਰੱਖਣੀ ਹੈ ਕਿ ਸੋਲੇਨਾਇਡ ਦੇ ਵਿੱਚ ਜਿਹੜਾ ਮੈਗਨੈਟਿਕ ਫੀਲਡ ਹੁੰਦਾ ਹੈ ਉਹਦਾ ਫਾਰਮੂਲਾ ਯਾਦ ਕਰਨਾ ਹੈ। ਇੱਕ ਤੇ ਆ ਯਾਦ ਰੱਖਣਾ ਹੈ ਕਿ ਸੋਲੇਨਾਇਡ ਦੇ ਅੰਦਰ ਮੈਗਨੈਟਿਕ ਫੀਲਡ ਕਿਹਨਾਂ ਦਾ? μ0 Ni। ਮੈਂ ਸਟਾਰਟਿੰਗ ਤੇ ਵਰਤਿਆ। ਇੱਕ ਤੁਸੀਂ ਫਾਰਮੂਲਾ ਯਾਦ ਰੱਖਣਾ ਹੈ ਕਿ ਜਿਹੜਾ ਫਲਕਸ ਦਾ ਫਾਰਮੂਲਾ Li ਜਿਹੜਾ ਮੈਂ ਤੁਹਾਨੂੰ ਕੱਲ ਕਰਾਇਆ ਸੀ ਕਿ ਫਲਕਸ ਜਿਹੜਾ ਲਿੰਕਡ ਵਿਦ ਕੋਇਲ, ਤੇ ਇੱਥੋਂ ਨਿਕਲੇਗੀ ਸੈਲਫ ਇੰਡਕਟੈਂਸ। ਇੱਥੇ ਫਲਕਸ ਭਰ ਦਿਓ ਤੇ ਵਿੱਚੋਂ L ਨਿਕਲੇਗਾ। ਹੁਣ ਫਲਕਸ ਕਿਵੇਂ ਨਿਕਾਲਣਾ ਹੈ? B ਹੈਗਾ ਤੇ ਫਲਕਸ ਦਾ ਫਾਰਮੂਲਾ ਬੇਟਾ ਤੁਹਾਨੂੰ ਸਭ ਨੂੰ ਪਤਾ ਹੈ, ਮਗਨ ਫਲਕਸ ਦਾ ਫਾਰਮੂਲਾ BA। ਇਹ ਇੱਕ ਟਰਨ ਦਾ ਤਾਂ ਜਿੰਨੀਆਂ ਟਰਨਸ ਹੋਣਗੀਆਂ ਉਹਦੇ ਨਾਲ ਤੁਸੀਂ ਇਹਨੂੰ ਮਲਟੀਪਲਾਈ ਕਰ ਸਕਦੇ ਹੋ। ਆਈ ਥਿੰਕ ਕਿ ਤੁਹਾਨੂੰ ਆ ਜਿਹੜਾ ਹੈ ਇਸ ਤੱਕ ਕਲੀਅਰ ਹੋ ਗਿਆ। ਨਾਓ ਇਸ ਤੋਂ ਬਾਅਦ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਿ ਸਾਡੇ ਕੋਲ ਦੋ ਇੰਡਕਟਰ ਨੇ। ਇੰਡਕਟਰ ਦਾ ਮਤਲਬ ਕੋਇਲ। ਦੋ ਸਾਡੇ ਕੋਲ ਇੰਡਕਟਰ ਨੇ, ਦੋਨਾਂ ਨੂੰ ਅਸੀਂ ਸੀਰੀਜ਼ 'ਚ ਜੋੜਾਂਗੇ, ਦੋਨਾਂ ਨੂੰ ਅਸੀਂ ਪੈਰਲਲ 'ਚ ਜੋੜਾਂਗੇ ਤੇ ਉਹਨਾਂ ਦੀ ਟੋਟਲ ਜਿਹੜੀ ਹੈ ਇੰਡਕਟੈਂਸ ਅਸੀਂ ਨਿਕਾਲਣੀ ਹੈ ਸੀਰੀਜ਼ ਕੰਬੀਨੇਸ਼ਨ 'ਚ ਤੇ ਨਾਲ ਅਸੀਂ ਪੈਰਲਲ ਕੰਬੀਨੇਸ਼ਨ ਦੇ ਵਿੱਚ ਅਸੀਂ ਫਾਈਂਡ ਆਊਟ ਕਰਾਂਗੇ। ਜਿਸ ਤਰ੍ਹਾਂ ਕੈਪੈਸਿਟਰ ਇਨ ਸੀਰੀਜ਼ 'ਚ ਪੜਿਆ, ਰੈਜ਼ਿਸਟੈਂਸ ਇਨ ਸੀਰੀਜ਼ ਪੜਿਆ, ਹੁਣ ਅਸੀਂ ਇੰਡਕਟਰ ਜਿਹੜੇ ਨੇ ਇਨ ਸੀਰੀਜ਼ ਤੇ ਪੈਰਲਲ 'ਚ ਪੜਾਂਗੇ। ਸਭ ਤੋਂ ਪਹਿਲਾਂ ਮੈਂ ਜਿਹੜਾ ਇੱਥੇ ਡਾਇਗਰਾਮ ਜਿਹੜੀ ਬਣਾ ਦਿੰਦਾ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਇਹਦਾ ਸਟੱਡੀ ਕਰਦੇ ਹਾਂ। Now, the equivalent self inductance of a group of coils. ਸਾਡੇ ਕੋਲ ਦੋ ਕੋਇਲਸ ਹੋਣ, ਤਿੰਨ ਹੋਣ, ਸਾਡੇ ਕੋਲ ਮੰਨ ਲਓ ਦੋ ਕੋਇਲਸ ਨੇ, ਦੋਨਾਂ ਕੋਇਲਸ ਨੂੰ ਅਸੀਂ ਜੋੜਨਾ ਹੈ ਸੀਰੀਜ਼ ਵਿੱਚ ਜਾਂ ਅਸੀਂ ਜੋੜਾਂਗੇ ਪੈਰਲਲ 'ਚ। ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਟੋਟਲ ਉਹਦੀ ਇਕੁਇਵਲੈਂਟ ਇੰਡਕਟੈਂਸ ਕਿੰਨੀ ਆਏਗੀ। ਜਿਸ ਤਰ੍ਹਾਂ ਅਸੀਂ ਰੈਜ਼ਿਸਟੈਂਸ ਇਨ ਸੀਰੀਜ਼ 'ਚ ਕਰਕੇ ਅਸੀਂ RS ਲੱਭਿਆ, ਰੈਜ਼ਿਸਟੈਂਸ ਇਨ ਪੈਰਲਲ ਵਾਸਤੇ 1/RP ਰੈਜ਼ਿਸਟੈਂਸ ਆਪਾਂ ਨਿਕਾਲਦੇ ਹਾਂ। ਇਸ ਤਰ੍ਹਾਂ ਅੱਜ ਜਿਹੜਾ ਹੈ ਇੰਡਕਟਰਸ ਨੂੰ ਅਸੀਂ ਗਰੁੱਪ 'ਚ ਜੋੜ ਕੇ ਇਹਦੀ ਜਿਹੜੀ ਹੈ ਇਕੁਇਵਲੈਂਟ ਅਸੀਂ ਜਿਹੜੀ ਇੰਡਕਟੈਂਸ ਨਿਕਾਲਣੀ ਹੈ। ਤੇ ਅਸੀਂ ਕੀ ਲੈ ਕੇ ਚੱਲਦੇ ਹਾਂ? ਸਿਰਫ ਅਸੀਂ ਆਪਣੀ ਸਿੰਪਲਿਸਿਟੀ ਵਾਸਤੇ ਸਿਰਫ ਅਸੀਂ ਦੋ ਕੋਇਲ ਲਏ ਨੇ। ਪਹਿਲਾ ਕੋਇਲ ਉਹਦੀ ਜਿਹੜੀ ਸੈਲਫ ਇੰਡਕਟੈਂਸ ਹੈ L1, ਦੂਸਰਾ ਕੋਇਲ ਉਹਦੀ ਸੈਲਫ ਇੰਡਕਟੈਂਸ ਕਿੰਨੀ ਹੈਗੀ ਆ L2। ਦੇ ਆਰ ਕਨੈਕਟਡ ਇਨ ਸੀਰੀਜ਼। ਇਹਨਾਂ ਨੂੰ ਸਿੱਧਾ ਅਸੀਂ ਲਾਈਨ ਸਿਰ ਜਿਹੜਾ ਜੋੜ ਦਿੱਤਾ ਹੈ। ਨਾਓ ਤੇ ਜਿਹੜੀ ਅਸੀਂ ਇਹਦੇ ਉੱਤੇ ਟੋਟਲ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕੀਤਾ, ਯਾਨੀ ਕਿ EMF ਅਪਲਾਈ ਕੀਤੀ, ਉਹ ਕਿੰਨੀ ਹੈ? E। ਐਂਡ ਵੀ ਨੋ ਦੈਟ, ਸਾਨੂੰ ਪਤਾ ਹੈ ਕਿ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਪੋਟੈਂਸ਼ੀਅਲ ਜਿਹੜਾ ਹੈ ਡਿਵਾਈਡ ਹੋ ਜਾਂਦਾ ਹੈ। ਐਸੀ ਕੈਪੈਸਿਟਰ 'ਚ ਵੀ ਪੜਿਆ ਸੀ, ਰੈਜ਼ਿਸਟੈਂਸ ਵਾਲੇ ਆਰਟੀਕਲਾਂ 'ਚ ਵੀ ਪੜਿਆ ਕਿ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਪੋਟੈਂਸ਼ੀਅਲ ਡਿਵਾਈਡ ਹੁੰਦਾ ਹੈ ਤੇ ਪੈਰਲਲ ਕੰਬੀਨੇਸ਼ਨ ਦੇ ਵਿੱਚ ਕਰੰਟ ਡਿਵਾਈਡ ਹੁੰਦਾ ਹੈ, ਯਾਨੀ ਕਿ ਚਾਰਜ ਜਾਂ ਕਰੰਟ। ਜੇ ਕੈਪੈਸਿਟਰ ਦੀ ਗੱਲ ਕਰੋਗੇ ਤੇ ਚਾਰਜ ਡਿਵਾਈਡ, ਜੇ ਰੈਜ਼ਿਸਟੈਂਸ ਦੀ ਗੱਲ ਕਰਦੇ ਆ ਤੇ ਕਰੰਟ ਡਿਵਾਈਡ ਹੁੰਦਾ ਹੈ ਪੈਰਲਲ ਦੇ ਵਿੱਚ। ਨਾਓ ਦੇ ਆਰ ਇਨ ਸੀਰੀਜ਼ ਤੇ ਜਿਹੜੀ ਟੋਟਲ EMF ਹੈ ਇਟ ਗੈਟ divided into two parts. Therefore here ਸਾਡੇ ਕੋਲ E ਕਿਹਦੇ ਇਕੁਅਲ ਆਏਗਾ? E1 plus E2। ਇਹ ਸਾਡੇ ਕੋਲ ਜਿਹੜੀ ਹੈ ਪਹਿਲੀ ਇਕੁਏਸ਼ਨ ਆ ਗਈ ਕਿ ਟੋਟਲ EMF ਸਾਡੇ ਕੋਲ ਆਏਗੀ E1 plus E2। ਬੇਟਾ ਕਲੀਅਰ? ਨਾਓ ਅਕੋਰਡਿੰਗ ਟੂ ਫੈਰਾਡੇ ਜਿਹੜਾ ਸਾਡੇ ਕੋਲ ਇਹਦਾ ਸੈਕੰਡ ਲਾਅ ਹੈ, ਕੀ ਕਹਿੰਦਾ ਹੈ ਕਿ EMF is equal to -d phi by dt।
the magnitude of EMF is directly proportional to the rate of change of flux। ਇਹ ਤੁਸੀਂ ਡਿਸਕਸ ਕੀਤਾ। ਇਹਦੇ ਵਿੱਚ ਅਸੀਂ ਬਟ ਫਾਈ ਦੀ ਵੈਲਿਊ ਸਾਨੂੰ ਪਤਾ ਹੈ, ਅਸੀਂ ਸੈਲਫ ਇੰਡਕਟੈਂਸ ਨਿਕਾਲ ਰਹੇ ਹਾਂ। ਹੁਣੇ ਵੀ ਡਿਸਕਸ ਕੀਤਾ ਕਿ ਫਾਈ ਦੀ ਵੈਲਿਊ ਕਿੰਨੀ ਹੁੰਦੀ ਹੈ, Li। ਇਹ ਅਸੀਂ ਕੱਲ ਵੀ ਫਾਰਮੂਲਾ ਡਰਾਈਵ ਕੀਤਾ ਸੀਗਾ। ਇੱਥੇ ਫਾਈ ਦੀ ਜਗ੍ਹਾ ਤੇ ਅਸੀਂ ਕੀ ਲਗਾ ਦਾਂਗੇ, Li, ਤੇ ਵਿੱਚੋਂ L ਕਨਸਟੈਂਟ ਹੋਣ ਕਰਕੇ ਡਿਫਰੈਂਸ਼ੀਏਸ਼ਨ ਚੋਂ ਬਾਹਰ ਆ ਗਿਆ ਤੇ ਅੰਦਰ ਬਚ ਗਿਆ di/dt। Now we know that E is equal to minus L di/dt। हाँ जी बेटा, क्लियर। Therefore जे ਇਹ ਫਾਰਮੂਲਾ ਸਾਨੂੰ ਪਤਾ ਹੈ ਕਿ E ਦੀ ਵੈਲਿਊ ਮਾਈਨਸ L di/dt, ਤੁਸੀਂ ਸਿੱਧਾ ਵੀ ਲਿਖ ਸਕਦੇ ਹੋ। We now according to Faraday's second law E is equal to minus L di/dt। ਪਰ ਮੈਂ ਤੁਹਾਨੂੰ ਇਹ ਡਰਾਈਵ ਦੁਬਾਰਾ ਕਰਕੇ ਦਿੱਤਾ ਕਿ ਤੁਹਾਨੂੰ ਕੋਈ ਜਿਹੜੀ ਹੈ ਪ੍ਰੋਬਲਮ ਨਾ ਆਏ, ਇਹ ਸਾਨੂੰ ਪਤਾ ਹੈ। ਨਾਓ therefore ਇਸ ਲਾਈਨ ਤੋਂ ਬਾਅਦ ਕੀ ਆਏਗਾ, therefore for L1 and L1 ਤੇ L2 ਵਾਸਤੇ ਕੀ ਬਣੇਗਾ, L1 and L1 ਵਾਸਤੇ ਕੀ ਆਏਗਾ ਸਾਡੇ ਕੋਲ E1, E ਦੇ ਪੈਰ ਚ 1 ਆ ਜਾਏਗਾ ਮਾਈਨਸ L1 ਤੇ di/dt। ਇੱਥੇ 1 ਨਹੀਂ ਪਾਣਾ, I ਦੇ ਨਾਲ ਜਿਹੜਾ 1 ਨਹੀਂ ਪਾਣਾ ਕਿਉਂਕਿ ਦੋਨੋਂ ਸੀਰੀਜ਼ ਲੱਗੇ ਨੇ। ਦੋਨਾਂ ਵਿੱਚ ਰੇਟ ਆਫ ਜਿਹੜਾ ਚੇਂਜ ਆਫ ਕਰੰਟ ਹੈ ਦੋਨਾਂ ਵਿੱਚ ਜਿਹੜਾ ਹੈ ਉਹ ਸੇਮ ਹੋਏਗਾ, ਬਿਕੋਜ਼ ਦੇ ਆਰ ਇਨ ਸੀਰੀਜ਼। ਕਰੰਟ ਸੇਮ ਹੁੰਦਾ ਹੈ ਤੇ ਰੇਟ ਆਫ ਚੇਂਜ ਆਫ ਕਰੰਟ ਜਿਹੜਾ ਹੈ ਉਹ ਬਿਲਕੁਲ ਸਾਡਾ ਸੇਮ ਹੋਏਗਾ। ਤੇ E2 ਦੀ ਵੈਲਿਊ ਕਿੰਨੀ ਆਏਗੀ, ਇੱਥੇ ਅਸੀਂ ਕੀ ਕਰਾਂਗੇ, E2 ਲਗਾ ਦਾਂਗੇ। E2 will be equal to minus L2 di/dt। ਇਹ ਸਾਡੇ ਕੋਲ E1 ਆ ਗਿਆ, ਇੱਕ ਸਾਡੇ ਕੋਲ ਕਿੰਨਾ ਆ ਗਿਆ E2। ਤੇ therefore ਅੱਗੇ ਲਿਖਣਾ ਹੈ also for total EMF ਵਾਸਤੇ ਕੀ ਕਰਾਂਗੇ, for total EMF E is equal to minus LS ਪਾ ਦਾਂਗੇ ਕਿਉਂਕਿ ਇਹ ਦੋਨੋਂ ਜਿਹੜੇ ਨੇ ਉਹ ਕੱਚ ਲੱਗੇ ਨੇ, ਸੀਰੀਜ਼ ਲੱਗੇ ਨੇ, ਅਸੀਂ ਪੈਰ ਚ L। ਇਹਦੇ ਵਾਸਤੇ E1, ਇਹਦੇ ਵਾਸਤੇ E2। ਜੇ ਟੋਟਲ ਕਰਾਂਗੇ ਤੇ ਇਹਦੀ ਟੋਟਲ ਨੂੰ ਅਸੀਂ ਕੀ ਮੰਨ ਲਿਆ, LS। ਇਹ ਵੈਲਿਊਜ਼ ਜਿਹੜੀਆਂ ਨੇ E1 ਦੀ, E2 ਦੀ ਤੇ E ਦੀ, ਅਸੀਂ ਇਹ ਪਹਿਲੀ ਇਕੁਏਸ਼ਨ ਦੇ ਵਿੱਚ ਅਸੀਂ ਪੁੱਟ ਕਰਨ ਜਾ ਰਹੇ ਹਾਂ। therefore equation 1 will become, ਇਕੁਏਸ਼ਨ ਜਿਹੜੀ ਹੈ ਸਾਡੀ ਪਹਿਲੀ ਕੀ ਬਣ ਜਾਏਗੀ, ਨਾਓ E ਦੀ ਜਗ੍ਹਾ ਦੇ ਉੱਤੇ ਮਾਈਨਸ LS ਸਾਡੇ ਕੋਲ ਆ ਗਿਆ di/dt ਇਕੁਅਲ ਟੂ E1 ਦੀ ਜਗ੍ਹਾ ਤੇ ਆ ਗਿਆ ਮਾਈਨਸ L1 ਸਾਡੇ ਕੋਲ ਆ ਗਿਆ di/dt। ਅੱਗੇ ਪਲੱਸ ਹੈ ਲੇਕਿਨ ਇੱਥੇ ਮਾਈਨਸ ਹੋਣ ਕਰਕੇ E2 ਦੀ ਵੈਲਿਊ ਮਾਈਨਸ, ਇੱਥੇ ਆ ਜਾਏਗਾ L2 di/dt। ਨਾਓ di/dt ਇਧਰੋਂ ਕਾਮਨ ਆਏਗਾ ਤੇ ਇਧਰੋਂ ਕੀ ਹੋ ਜਾਏਗਾ, ਕੈਂਸਲ। ਆ ਤੇ ਸਾਰੇ ਪਾਸੇ ਕੈਂਸਲ। ਨਾਓ ਮਾਈਨਸ LS is equal to ਮਾਈਨਸ L1 plus L2। ਪਹਿਲਾਂ ਇਥੋਂ di/dt ਕਾਮਨ ਆਇਆ, ਉਹ di/dt ਇਸ di/dt ਨਾਲ ਕੈਂਸਲ। ਵਿੱਚੋਂ ਅਸੀਂ ਮਾਈਨਸ ਵੀ ਕਾਮਨ ਕੱਢ ਲਿਆ, L1 plus L2 ਦੋਨੋਂ ਸਾਈਡ ਤੋਂ ਮਾਈਨਸ ਕੈਂਸਲ ਹੋ ਜਾਏਗਾ। ਸਾਡੇ ਕੋਲ LS ਦੀ ਵੈਲਿਊ ਕਿੰਨੀ ਆ ਗਈ, L1 plus L2। ਕਹਿਣ ਦਾ ਮਤਲਬ ਜਦੋਂ ਅਸੀਂ ਕੋਆਇਲਸ ਨੂੰ ਸੀਰੀਜ਼ ਚ ਜੋੜਾਂਗੇ ਉਦੋਂ ਜਿਹੜੀ ਇਕੁਇਵਲੈਂਟ ਜਿਹੜੀ ਹੈ ਸਾਡੀ ਇੰਡਕਟੈਂਸ ਆਏਗੀ ਉਹ ਸਮ ਦੇ ਇਕੁਅਲ ਆਏਗੀ, ਦੋਨਾਂ ਨੂੰ ਸਿੱਧਾ ਐਡ ਕਰਨਾ ਹੈ। ਜਿਸ ਤਰ੍ਹਾਂ ਰੈਜ਼ਿਸਟੈਂਸ ਵਾਲਾ ਰਿਜ਼ਲਟ ਸੀ ਸਾਡਾ, ਜਿਸ ਤਰ੍ਹਾਂ ਦਾ ਰਿਜ਼ਲਟ ਸਾਡਾ ਰੈਜ਼ਿਸਟੈਂਸ ਦਾ ਆਉਂਦਾ ਬੇਟਾ RS ਸੀਰੀਜ਼ ਵਾਲਾ, R1 plus R2 plus so on, ਸੇਮ ਰਿਜ਼ਲਟ ਸਾਡਾ ਇੰਡਕਟਰ ਵਾਸਤੇ ਆਏਗਾ। ਇਹਦਾ ਮਤਲਬ ਜਦੋਂ ਦੋ ਕੋਆਇਲਸ ਨੂੰ ਅਸੀਂ ਸੀਰੀਜ਼ ਜੋੜਾਂਗੇ then total equivalent inductance will become L1 plus L2। now I think ਕਿ ਤੁਹਾਨੂੰ ਆ ਜਿਹੜੀ ਚੀਜ਼ ਹੈ ਉਹ ਕਲੀਅਰ ਹੋ ਗਈ। now come to the second part, ਉਹ ਕਿਹੜਾ ਹੋਏਗਾ, coils connected in parallel। ਪਹਿਲਾਂ ਮੈਂ ਜਿਹੜੀ ਹੈ ਇਹਦੀ ਵੀ ਡਾਇਗਰਾਮ ਜਿਹੜੀ ਹੈ ਤੁਹਾਨੂੰ ਬਣਾ ਦਿੰਦਾ। now the two coils are connected in parallel। बेटा ਇਹ ਦੋ ਕੋਆਇਲਸ ਨੇ, ਇੱਕ ਦੀ ਇੰਡਕਟੈਂਸ L1 ਦੂਸਰੇ ਦੀ ਇੰਡਕਟੈਂਸ L2। ਨਾਓ ਦੇ ਆਰ ਕਨੈਕਟਡ ਇਨ ਪੈਰਲਲ। ਸਾਨੂੰ ਪੈਰਲਲ
ਜਿਹੜੀ ਹੈ ਕਨੈਕਸ਼ਨ ਕਰਨੇ ਆਉਂਦੇ ਨੇ। ਦੋਨਾਂ ਦਾ ਇੱਕ ਐਂਡ ਇਕੱਠਾ ਜੋੜਦਾ, ਦੂਸਰਾ ਐਂਡ ਅਸੀਂ ਇਕੱਠਾ ਜੋੜਦਾ, ਜਿਸ ਤਰ੍ਹਾਂ ਅਸੀਂ ਰੈਜ਼ਿਸਟੈਂਸ ਨੂੰ ਜੋੜਦੇ ਹਾਂ। ਨਾਓ ਇਥੋਂ ਜਿਹੜਾ ਕਰੰਟ ਆ ਰਿਹਾ ਸਾਡੇ ਕੋਲ I, ਇੱਥੇ ਕੋਈ ਜਿਹੜੀ EMF ਲੱਗੀ ਹੋਏਗੀ बैटरी, इथों जो करंट आई आया वो इस पॉइंट ते जाके सानू पता है ये दो पार्ट्स विच वंडिया गया किरचॉफ लॉ दे अकॉर्डिंग। ऊपर करंट मान लो I1, नीचे कितना आ गया I2। ਇਹਦੇ ਵਿੱਚੋਂ ਕਰੰਟ ਲੰਘ ਕੇ ਜਾਏਗਾ I1, ਇਹਦੇ ਵਿੱਚੋਂ ਦੀ ਜਿਹੜਾ ਕਰੰਟ ਲੰਘ ਕੇ ਜਾਏਗਾ ਸਾਡੇ ਕੋਲ I2, ਬਟ ਦੇ ਆਰ ਇਨ ਪੈਰਲਲ। ਜਦੋਂ ਪੈਰਲਲ ਚ ਹੁੰਦੇ ਨੇ ਕਰੰਟ ਡਿਵਾਈਡ ਹੁੰਦਾ ਹੈ, ਬਟ EMF ਜਿਹੜੀ ਹੈ ਉਹ ਦੋਨਾਂ ਵਾਸਤੇ ਸੇਮ ਰਹਿੰਦੀ ਹੈ। ਮੰਨ ਲਓ ਜਿਹੜੀ ਅਸੀਂ ਇੱਥੇ ਬੈਟਰੀ ਲਗਾਈ ਹੈ, ਜਿਹੜਾ ਅਸੀਂ ਇੱਥੇ ਬੈਟਰੀ ਲਗਾ ਕੇ ਜਿਹਦੀ EMF ਕਿੰਨੀ ਹੈ ਮੰਨ ਲਓ E, ਤੇ ਇੱਥੇ ਵੀ ਸਾਡੀ ਜਿਹੜੀ ਹੈ EMF E ਰਹੇਗੀ, ਤੇ ਇਹਦੇ ਉੱਪਰ ਵੀ ਜੇ ਅਸੀਂ ਚੈੱਕ ਕਰਾਂਗੇ ਤੇ EMF ਦੀ ਵੈਲਿਊ ਜਿਹੜੀ ਹੈ ਉਹ ਸੇਮ, ਕਿਉਂਕਿ ਇਹ ਦੋਨੋਂ ਕੱਚ ਨੇ ਪੈਰਲਲ। ਪੈਰਲਲ ਵਿੱਚ EMF ਸੇਮ ਰਹਿੰਦੀ ਹੈ, ਪੋਟੈਂਸ਼ੀਅਲ ਡਿਫਰੈਂਸ ਸੇਮ ਰਹਿੰਦਾ ਹੈ। फिर सुनो सीरीज विच पोटेंशियल डिवाइड, पैरेलल विच पोटेंशियल सेम। क्लियर? सीरीज विच करंट सेम ते पैरेलल विच करंट जिहड़ा है वो डिवाइड हो जाता है। नाउ L1 and L2 are in parallel, therefore total current किदे इक्वल आएगा I1 plus I2। this is equation number 1। ਇਹ ਸਾਡੇ ਕੋਲ ਟੋਟਲ ਕਰੰਟ ਸੀ, ਉਹ ਦੋ ਪਾਰਟਸ ਵਿੱਚ ਡਿਵਾਈਡ ਹੋ ਗਿਆ। ਜਿਹੜਾ ਪਿਛਲਾ ਆਰਟੀਕਲ ਕੀਤਾ ਬੇਟਾ ਉਹਦੇ ਚ ਮੈਂ E is equal to E1 plus E2 ਕੀਤਾ ਹੈ। ਇਹ ਧਿਆਨ ਰੱਖਣਾ ਹੈ, ਸੀਰੀਜ਼ ਵਿੱਚ EMF ਡਿਵਾਈਡ ਹੋਈ ਸੀ, ਇੱਥੇ ਕਰੰਟ ਡਿਵਾਈਡ ਹੁੰਦਾ ਹੈ। ਨਾਓ I1 plus I2। ਹੁਣ ਇੱਥੇ ਧਿਆਨ ਰੱਖਣਾ ਹੈ, ਅਸੀਂ ਕੀ ਕਰਨ ਲੱਗੇ ਹਾਂ, ਦੇਖੋ differentiate the above equation with respect to time। टाइम के अकॉर्डिंग ਇਹਦੀ डिफरेंशिएशन करो। कहने का मतलब di by dt, ਇਹਨੂੰ डिफरेंशिएट करना है with respect to time ਦੇ ਨਾਲ ਇਹਨੂੰ ਅਸੀਂ डिफरेंशिएट करता, is equal to इधर की आएगा di1 by dt प्लस ਸਾਡੇ ਕੋਲ ਆ ਜਾਏਗਾ di2 by dt। this is equation number 2। ਅਸੀਂ ਕੀ ਕਰਤਾ, ਇਹਨਾਂ ਨੂੰ ਅਸੀਂ ਡਿਫਰੈਂਸ਼ੀਏਟ ਕਰਤਾ। ਇਹ ਕਿਉਂ ਕੀਤਾ, ਕਿਉਂਕਿ ਅਸੀਂ ਇੰਡਕਟੈਂਸ ਬਾਰੇ ਗੱਲ ਕਰ ਰਹੇ ਹਾਂ, ਤੇ ਉਹਦਾ ਜਿਹੜਾ ਮੇਨ ਫਾਰਮੂਲਾ ਹੁੰਦਾ ਬੇਟਾ ਸਾਨੂੰ ਪਤਾ ਹੈ, ਆਹ ਵਾਲਾ ਜਿਹੜਾ ਮੇਨ ਫਾਰਮੂਲਾ ਹੈ EMF ਦਾ ਮੇਨ ਫਾਰਮੂਲਾ, ਉਹਦੇ ਚ di by dt ਆਂਦਾ ਹੈ, ਤੇ ਇੱਥੇ ਸਾਡੇ ਕੋਲ ਕੱਲਾ I ਸੀ, ਤੇ di by dt ਬਣਾਉਣ ਵਾਸਤੇ ਅਸੀਂ ਇਹਨੂੰ ਕੀ ਕਰ ਦਿੱਤਾ, ਡਿਫਰੈਂਸ਼ੀਏਟ ਕੀਤਾ ਵਿਦ ਰਿਸਪੈਕਟ ਟੂ ਕਿਹਦੇ ਅਕੋਰਡਿੰਗ ਅਸੀਂ ਕਰਤਾ, ਟਾਈਮ ਦੇ ਅਕੋਰਡਿੰਗ। ਨਾਓ ਇਸ ਤੋਂ ਬਾਅਦ x ਦਾ ਕਲੀਅਰ। ਨਾਓ ਵੀ ਨੋ ਦੈਟ, ਸਾਨੂੰ ਕੀ ਪਤਾ ਹੈ, ਇਹ ਤੁਹਾਨੂੰ ਆਲਰੇਡੀ ਦੱਸਿਆ ਹੋਇਆ, ਇਹ ਲਾਈਨ ਤੁਸੀਂ ਲਿਖਣੀ ਹੈ। ਵੀ ਨੋ ਦੈਟ ਕਿਹਦੇ ਅਕੋਰਡਿੰਗ, ਅਕੋਰਡਿੰਗ ਟੂ ਕਿਹੜਾ ਲਾਅ ਹੈਗਾ ਸਾਡੇ ਕੋਲ, ਫੈਰਾਡੇ ਸੈਕੰਡ ਲਾਅ ਦੇ ਅਕੋਰਡਿੰਗ, ਜਿਹੜਾ E ਹੈ ਮਾਈਨਸ L di by dt। ਇਹ ਸਭ ਬੱਚੇ ਜਾਣਦੇ ਨੇ ਕਿ ਜਿਹੜੀ E ਦੀ ਵੈਲਿਊ ਹੈ ਇਟ ਇਜ਼ ਮਾਈਨਸ L di by dt। ਇਸ ਤੋਂ ਬਾਅਦ ਅਸੀਂ ਇਸ ਨੂੰ ਜਿਹੜਾ ਹੈ ਇਹਦੇ ਵਿੱਚੋਂ ਅਸੀਂ ਵੈਲਿਊ ਨਿਕਾਲਾਂਗੇ di by dt ਦੀ। this imply ਸਾਡੇ ਕੋਲ di by dt ਦੀ ਵੈਲਿਊ ਕਿੰਨੀ ਆਏਗੀ, ਮਾਈਨਸ E over L। ਅਸੀਂ ਇਹਦੇ ਵਿੱਚੋਂ di by dt ਦੀ ਵੈਲਿਊ ਨਿਕਾਲੀ, ਇਹ ਇਹਦੇ ਨੀਚੇ ਚਲਾ ਗਿਆ, ਮਾਈਨਸ ਵੀ ਇੱਧਰ ਲੈ ਕੇ। ਜੇ di by dt ਮਾਈਨਸ E over L ਹੈ, this imply di1 by dt ਕਿਹਦੇ ਇਕੁਅਲ ਹੋਏਗਾ, ਸੋਚੋ, ਮਾਈਨਸ E over L1। ਜੇ di by dt E over L ਹੈ ਤੇ di1 by dt ਕਿਵੇਂ ਬਣੇਗਾ, E ਦੇ ਪੈਰ ਚ 1 ਪਾਓਗੇ, ਸੋਚੋ E ਦੇ ਪੈਰ ਚ 1 ਆਏਗਾ, E ਦੇ ਪੈਰ ਚ 1 ਨਹੀਂ ਆਏਗਾ, ਕਿਉਂਕਿ ਦੋਨੋਂ ਪੈਰਲਲ ਚ ਨੇ, ਦੋਨਾਂ ਉੱਤੇ EMF ਓਨੀ ਹੀ ਲੱਗੇਗੀ ਜਿੰਨੀ ਬਾਹਰੋਂ ਲੱਗੀ ਹੈ, ਇਹ ਦੋਨਾਂ ਵਾਸਤੇ ਸੇਮ ਹੈ। therefore E over L1। ਸਿਮਿਲਰਲੀ di by 2 dt ਕਿੰਨਾ ਆਏਗਾ, ਫਿਰ ਅਸੀਂ ਇੱਥੇ ਵੈਲਿਊ ਕਰਨੀ ਹੈ ਨੰਬਰ 2 ਦੇ ਵਿੱਚ,
और दिस इंप्लाई di2 by dt is equal to minus e over L2। ਹੁਣ ਇਹ ਤਿੰਨੋਂ ਵੈਲਿਊਜ਼ ਨੂੰ ਅਸੀਂ ਇਕੁਏਸ਼ਨ ਨੰਬਰ 2 ਦੇ ਵਿੱਚ ਜਿਹੜਾ ਹੈ ਅਸੀਂ ਪੁੱਟ ਕਰਾਂਗੇ। ਨਾਓ ਇਕੁਏਸ਼ਨ ਨੰਬਰ 2 will become, ਨਾਓ ਇਕੁਏਸ਼ਨ 2 ਜਿਹੜੀ ਸੀਗੀ it will become, ਜਿਹੜਾ ਇੱਧਰਲੇ ਪਾਸੇ ਆ ਗਿਆ ਸਾਡੇ ਕੋਲ ਮਾਈਨਸ e over L is equal to minus e over L1 ਤੇ ਅੱਗੇ ਆ ਗਿਆ ਪਲੱਸ ਮਾਈਨਸ e over L2। ਇਹ ਅਸੀਂ ਜਿਹੜੀ ਹੈ ਉਹਦੀ ਵੈਲਿਊ ਪੁੱਟ ਕਰਤੀ। ਨਾਓ ਦੋਨੋਂ ਪਾਸੋਂ ਜਿਹੜਾ ਹੈ ਮਾਈਨਸ e ਬਾਹਰ ਕੱਢ ਲਿਆ, ਇਥੋਂ ਮਾਈਨਸ e ਨੂੰ ਬਾਹਰ ਕੱਢਿਆ 1 over L1 ਪਲੱਸ 1 over L2। ਮਾਈਨਸ e ਦੋਨਾਂ ਚ ਕਾਮਨ ਹੈ, ਇਥੋਂ ਬਾਹਰ ਕੱਢ ਲਿਆ ਤੇ ਮਾਈਨਸ ਜਦੋਂ ਬਾਹਰ ਨਿਕਲ ਗਿਆ ਤੇ ਇੱਥੇ ਰਹਿ ਗਿਆ ਤੇ ਇੱਥੇ ਮਾਈਨਸ e ਨਾਲ ਮਾਈਨਸ e ਕੈਂਸਲ 1 over L is equal to 1 over L1 प्लस 1 over L2। 1 over L1 की वैल्यू आ गई और 1 over L is equal to साढ़े को एलसीएम आ गया L1 L2 ऊपर आ गया L2 plus L1। दिस इंप्लाई L की वैल्यू कितनी आ जाएगी, उल्टा लो, ऊपर आ जाएगा L1 L2 over L1 plus L2। दिस इज द फॉर्मूला फॉर ਸੈਲਫ ਇੰਡਕਸ਼ਨ ਇਨ ਕੇਸ ਆਫ ਪੈਰਲਲ ਕੰਬੀਨੇਸ਼ਨ। ਜੇ ਚਾਹੋ ਤੇ ਇਹਦੇ ਪੈਰ ਦੇ ਵਿੱਚ ਤੁਸੀਂ ਜਿਹੜਾ ਹੈ ਟੋਟਲ ਵਾਸਤੇ ਅਸੀਂ ਪੈਰ ਦੇ ਵਿੱਚ P ਵੀ ਪਾ ਸਕਦੇ ਹਾਂ ਕਿ ਇਕੁਇਵਲੈਂਟ ਇੰਡਕਟੈਂਸ ਆਫ ਪੈਰਲਲ ਕੰਬੀਨੇਸ਼ਨ ਕਿੰਨੀ ਆਈ L1 L2 ਓਵਰ L1 plus L2। ਚਾਹੋ ਤੇ ਤੁਸੀਂ ਇੱਥੇ ਵੀ ਖਤਮ ਕਰ ਸਕਦੇ ਹੋ ਕਿ 1 over LP is equal to 1 over L1 plus 1 over L2। ਇਹਦਾ ਮਤਲਬ ਜਿਹੜੀ ਇਕੁਇਵਲੈਂਟ ਇੰਡਕਟੈਂਸ ਹੈ ਉਹ ਰੈਸੀਪ੍ਰੋਕਲ ਹੋ ਕੇ ਐਡ ਹੋਈ ਹੈ। ਪਿਛਲੇ ਕੇਸ ਵਿੱਚ ਸਿੱਧੀ ਐਡ ਹੋਈ ਸੀ ਤੇ ਜਦੋਂ ਅਸੀਂ ਉਹਨੂੰ ਪੈਰਲਲ ਚ ਜੋੜਦੇ ਹਾਂ ਤੇ ਜਿਹੜੀ ਇਕੁਇਵਲੈਂਟ ਇੰਡਕਟੈਂਸ ਹੋਏਗੀ ਉਹ ਦੋਨਾਂ ਦਾ ਰੈਸੀਪ੍ਰੋਕਲ ਹੋ ਕੇ ਜਿਹੜੀ ਹੈ ਉਹ ਐਡ ਹੋਏਗੀ। ਕਹਿਣ ਦਾ ਮਤਲਬ ਹੈ ਕਿ ਸਾਡੀ ਵੈਲਿਊ ਟੋਟਲ ਘਟ ਜਾਏਗੀ ਕਿਉਂਕਿ ਰੈਸੀਪ੍ਰੋਕਲ ਹੋ ਕੇ ਉਹ ਐਡ ਹੋਈ। ਨਾਓ ਇੱਕ ਸਾਡਾ ਬੇਟਾ ਛੋਟਾ ਜਿਹਾ ਟੌਪਿਕ ਜਿਹੜਾ ਹੈ ਉਹ ਰਹਿੰਦਾ ਹੈ, ਨਾਲ ਅਸੀਂ ਉਹ ਵੀ ਡਿਸਕਸ ਕਰ ਲੈਣੇ ਇਸ ਲੈਕਚਰ ਦੇ ਵਿੱਚ। ਡਿਮੈਂਸ਼ਨਲ ਫਾਰਮੂਲਾ, ਡਿਮੈਂਸ਼ਨਲ ਫਾਰਮੂਲਾ ਕਾਦੇ ਵਾਸਤੇ, L ਵਾਸਤੇ। L ਦਾ ਡਿਮੈਂਸ਼ਨਲ ਫਾਰਮੂਲਾ ਕੀ ਹੋਏਗਾ ਸਾਨੂੰ ਪਤਾ ਹੈ, ਇਹ ਨਿਕਾਲਣਾ ਸਿੱਖ ਲਓ, ਬਾਅਦ ਚੋਂ ਇਹਨੂੰ ਤੁਸੀਂ ਯਾਦ ਵੀ ਰੱਖਣਾ ਹੈ। we know that minus L di by dt। ਬੇਟਾ ਇਹ ਫਾਰਮੂਲਾ ਬਾਰ-ਬਾਰ ਅਸੀਂ ਵਰਤ ਰਹੇ ਹਾਂ। E ਦਾ ਫਾਰਮੂਲਾ ਅਸੀਂ L ਦਾ ਨਿਕਾਲਣਾ ਹੈ। L ਦੀ ਵੈਲਿਊ ਅਸੀਂ ਵੱਖਰੀ ਕਰ ਲਈ, E ਓਵਰ ਥੱਲੇ ਚਲਾ ਗਿਆ di by dt। ਆ ਸਾਰੀ ਵੈਲਿਊ ਉਹਦੇ ਨੀਚੇ ਚਲ ਗਈ, ਮਾਈਨਸ ਲਗਾਣਾ ਤੇ ਲਗਾਓ ਕਿਉਂਕਿ ਇਹ ਸਿਰਫ ਡਿਮੈਂਸ਼ਨ ਦੇਖਣੀ ਹੈ। ਨਾਓ what is E? EMF ਇਹ ਅਸੀਂ ਪੜਿਆ ਸੀ ਕਿ potential difference is equal to work over charge। ਇਹ ਬੇਟਾ ਅਸੀਂ ਪਹਿਲਾ ਚੈਪਟਰ ਜਿਹੜਾ ਹੈ ਉਹ ਚ ਅਸੀਂ ਆ ਫਾਰਮੂਲੇ ਪੜ੍ਹੇ ਨੇ, VB minus VA is equal to work done over charge। potential difference ਹੈ ਯਾਨੀ ਕਿ EMF। EMF ਕਿਹਦੇ ਇਕੁਅਲ ਹੁੰਦੀ ਹੈ, work over charge। ਇਹਦਾ ਮਤਲਬ ਇੱਥੇ ਜਿਹੜਾ ਹੈ ਉੱਪਰ ਆ ਗਿਆ ਸਾਡੇ ਕੋਲ work done, ਓਵਰ ਚ ਸਾਡੇ ਕੋਲ ਆ ਗਿਆ ਕੀ ਥੱਲੇ ਚਾਰਜ, ਤੇ ਅਸੀਂ ਚਾਰਜ ਨੂੰ ਅਸੀਂ dq ਦੇ ਅਕੋਰਡਿੰਗ ਹੀ ਲਿਖ ਦਿੰਦੇ ਆ ਤੇ ਨਾਲ ਆ ਗਿਆ di by dt। ਉੱਪਰ ਵਰਕ ਥੱਲੇ ਚਾਰਜ ਤੇ ਚਾਰਜ ਤੇ ਨਾਲ di by dt ਆ ਲੱਗਾ ਬੇਟਾ, ਕਲੀਅਰ। ਤੇ ਚਾਰਜ ਓਵਰ ਟਾਈਮ ਇਕੱਠਾ ਕਰ ਲਈਏ, the charge divided by time it will become current। ਇਹ ਜਿਹੜੇ ਨੇ ਇਕੱਠੇ ਕਰ ਲਓ, ਉੱਪਰ ਆ ਗਿਆ ਵਰਕ, ਇਹਨਾਂ ਨੂੰ ਇਕੱਠੇ ਕਰ ਦੋ dq by dt ਤੇ ਨਾਲ ਆ ਗਿਆ ਵੱਖਰਾ di। ਤੇ ਸਾਡੇ ਕੋਲ L ਦੀ ਵੈਲਿਊ ਕਿੰਨੀ ਬਣ ਜਾਏਗੀ, ਵਰਕ ਅਪਨ I into di। ਵਰਕ ਚਾਰਜ ਅਪਨ ਰੇਟ ਆਫ ਫਲੋ ਆਫ ਚਾਰਜ, ਇਹ ਕਰੰਟ, ਇਹ ਸਾਡੇ ਕੋਲ ਆ ਗਿਆ I, ਨਾਲ ਕਾਦੀ ਵੈਲਿਊ ਆ ਗਈ ਸਾਡੇ ਕੋਲ di ਦੀ ਵੈਲਿਊ ਆ ਗਈ। ਔਰ ਨਾਓ ਵਾਟ ਇਜ਼ ਵਰਕ, ਵਰਕ ਦੀ ਡਿਮੈਂਸ਼ਨ ਸਾਨੂੰ ਜਵਾਨੀ ਯਾਦ ਹੈ, ਇਟ ਇਜ਼ m1 L2
t -2 ਇਹ ਤੇ ਵਰਕ ਦੀ ਆਪਾਂ +1 ਦੇ ਵਿੱਚ ਪੜ੍ਹੀ ਹੈ ਤੇ ਥੱਲੇ ਆ ਗਿਆ ਕਰੰਟ ਆ ਵੀ ਕਰੰਟ ਹੈ ਆ ਵੀ ਕਰੰਟ ਤੇ ਕਰੰਟ ਵਾਸਤੇ ਲਿਖਦੇ ਆ ਐਂਪੀਅਰ ਉਹਦੇ ਉੱਤੇ ਆ ਜਾਏਗਾ ਸਕੁਅਰ ਕਿਉਂਕਿ ਦੋਨੋਂ ਹੀ ਕਰੰਟ ਨੇ ਮਲਟੀਪਲਾਈ ਹੋ ਗਿਆ a ਦੇ ਉੱਤੇ ਆ ਗਿਆ 2 ਤੇ ਇਹਦਾ ਮਤਲਬ ਸਾਡੇ ਕੋਲ ਜਿਹੜਾ ਹੈ ਡਾਈਮੈਂਸ਼ਨਲ ਫਾਰਮੂਲਾ ਕੀ ਬਣ ਗਿਆ ਡਾਈਮੈਂਸ਼ਨ ਫਾਰਮੂਲਾ ਬਣ ਗਿਆ m1 l2 t -2 ਤੇ a ਦੇ ਉੱਤੇ ਜਾ ਕੇ ਵੀ ਸਾਡੇ ਕੋਲ ਕਿੰਨਾ ਬਣ ਜਾਏਗਾ -2 this is the dimensional formula for self inductance m1 l2 t -2 ਤੇ ਨਾਲ ਆ ਜਾਏਗਾ ਸਾਡੇ ਕੋਲ a ਦੀ ਪਾਵਰ ਜਿਹੜੀ ਹੈ it is -2 I think ਤੁਹਾਨੂੰ ਜਿਹੜਾ ਹੈ ਇਹ ਸਾਰਾ ਕਲੀਅਰ ਹੋ ਗਿਆ ਨਾਓ ਦੋ ਫਾਰਮੂਲੇ ਜਿਹੜੇ ਨੇ ਤੁਸੀਂ ਹਮੇਸ਼ਾ ਯਾਦ ਰੱਖਣੇ ਨੇ ਇੱਕ ਤੇ ਮੈਗਨੈਟਿਕ ਫੀਲਡ ਸੋਲੇਨਾਇਡ ਦਾ μ0 ni ਦੂਸਰਾ ਜਿਹੜਾ ਫਾਰਮੂਲਾ ਯਾਦ ਰੱਖਣਾ ਹੈ ਕਿ ਜਿਹੜਾ ਫੈਰਾਡੇ ਸੈਕੰਡ ਲਾਅ ਜਿਹੜਾ ਅਸੀਂ ਬਾਰ-ਬਾਰ ਲਗਾ ਰਹੇ ਹਾਂ E ਦੀ ਵੈਲਿਊ -L di/dt ਹਾਂਜੀ ਬੇਟਾ ਕਲੀਅਰ ਤੇ ਤੀਸਰਾ ਸਾਡੇ ਕੋਲ ਜਿਹੜਾ ਹੈ ਇੱਕ φ Li ਉੱਥੋਂ ਹੀ ਅਗਾਂਹ ਬਣ ਗਿਆ φ ਦੀ ਵੈਲਿਊ ਕਿੰਨੀ ਹੁੰਦੀ ਹੈ Li ਤੇ ਆਪਣਾ L ਦਾ SI ਯੂਨਿਟ ਕਿਹੜਾ ਹੁੰਦਾ ਹੈ ਹੈਨਰੀ SI ਯੂਨਿਟ ਕਿਹੜਾ ਹੁੰਦਾ ਇਹਦਾ ਹੈਨਰੀ ਆ ਗਿਆ ਕਲੀਅਰ ਬੇਟਾ ਨਾਓ ਇਸ ਤੋਂ ਬਾਅਦ ਸਾਡਾ ਜਿਹੜਾ ਨੈਕਸਟ ਲੈਕਚਰ ਹੈ ਉਹਦੇ ਵਿੱਚ ਅਸੀਂ ਸਟੱਡੀ ਕਰਨਾ ਹੈ એનર્ਜੀ ਸਟੋਰਡ ਇਨ ਇੰਡਕਟਰ ਜਿਸ ਤਰ੍ਹਾਂ ਅਸੀਂ એનર્ਜੀ ਸਟੋਰ ਇਨ ਕੈਪੈਸਿਟਰ ਆਰਟੀਕਲ ਪੜਿਆ ਇਸ ਤਰ੍ਹਾਂ ਅਸੀਂ એનર્ਜੀ ਸਟੋਰ ਇਨ ਇੰਡਕਟਰ ਤੇ ਮਿਊਚੁਅਲ ਇੰਡਕਸ਼ਨ ਬਾਰੇ ਆਪਾਂ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗੇ ਥੈਂਕ ਯੂ